Hello students, my name is Ajit Pathak and welcome to the Royal Group of College Godawal online classes. ਅੱਜ ਆਪਾਂ ਆਡਿਟ ਦਾ ਜਿਹੜਾ ਹੈ ਟੌਪਿਕ ਕਰ ਰਹੇ ਸੀ। ਆਪਾਂ ਕਲਾਸੀਫਿਕੇਸ਼ਨ ਆਫ ਆਡਿਟ, ਆਪਾਂ ਲਾਸਟ ਕਲਾਸ ਦੇ ਵਿੱਚ ਕਲਾਸੀਫਿਕੇਸ਼ਨ ਆਡਿਟ ਦੇ ਅੰਡਰ ਆਪਾਂ ਪੜਿਆ ਸੀ ਔਨ ਦਾ ਬੇਸਿਸ ਆਫ ਆਰਗੇਨਾਈਜੇਸ਼ਨ ਸਟਰਕਚਰ। ਜਿਹੜਾ ਆਡਿਟ ਹੈ ਉਹਦੇ ਕਿਹੜੇ ਟਾਈਪਸ ਹੁੰਦੀਆਂ ਨੇ, ਉਹਦੇ ਵਿੱਚ ਆਪਾਂ ਕੀਤਾ ਸੀ ਸਟੈਚੂਟਰੀ ਆਡਿਟ, ਪ੍ਰਾਈਵੇਟ ਐਂਡ ਗਵਰਨਮੈਂਟ ਆਡਿਟ। ਸਟੈਚੂਟਰੀ ਜਿਹੜੀ ਆਡਿਟ ਹੈ ਉਸ ਦੇ ਅੰਡਰ ਆਪਾਂ ਗੱਲ ਕੀਤੀ ਸੀ ਕੰਪਨੀ, ਕੋਆਪਰੇਟਿਵ ਸੁਸਾਇਟੀ, ਟਰਸਟ, ਸਟੈਚੂਟਰੀ ਕਾਰਪੋਰੇਸ਼ਨਸ, ਬੈਂਕਿੰਗ ਐਂਡ ਇੰਸ਼ੋਰੈਂਸ ਕੰਪਨੀਜ਼ ਦੀ ਗੱਲ ਕੀਤੀ ਸੀਗੀ। ਤੇ ਅੱਜ ਆਪਾਂ ਜਿਹੜਾ ਹੈ ਆਪਾਂ ਕਲਾਸੀਫਿਕੇਸ਼ਨ ਆਫ ਆਡਿਟ, ਕਲਾਸੀਫਿਕੇਸ਼ਨ ਆਫ ਆਡਿਟ ਹੈ ਜਿਹੜਾ, ਠੀਕ ਹੈ, ਆਪਾਂ ਇਸ ਨੂੰ ਜਿਹੜਾ ਕਵਰ ਅਪ ਕਰਨਾ ਹੈ, ਆਪਾਂ ਏਡ ਕਰਨਾ ਔਨ ਦਾ ਬੇਸਿਸ ਆਫ ਟਾਈਮ, ਔਨ ਦਾ ਬੇਸਿਸ ਆਫ टाइम के उपर बेस जिहड़ा हैगा आपां करना है। इहदे विच जिहड़ी फर्स्ट टाइप है ऑडिट दी वो हुंदी है कॉन्टीन्यूस ऑडिट, कॉन्टीन्यूस ऑडिट है। उस तो बाद जिहड़ी सैकेंड है वो हैगी है एनुअल ऑडिट, एनुअल ऑडिट है। देन योर थर्ड वन इज इंटरिम ऑडिट, इंटरिम ऑडिट है। देन नैक्सट अपने कोल जिहड़ा फोर्थ आ जाती है वो हैगी ओकेजनल ऑडिट, ओकेजनल ऑडिट है। एंड जो अपने को फाइनल है वो होंदा है बैलेंस शीट ऑडिट, बैलेंस शीट ऑडिट है। ठीक है जी, ठीक है जी। फिर ये जी क्लासीफिकेशन ऑफ ऑडिट की आप गल की है, वो कंटीन्यूस ऑडिट, एनुअल ऑडिट, इंटरिम ऑडिट, ओकेजनल ऑडिट एंड बैलेंस शीट ऑडिट की आप जी है गल कर रहे हैं। सब तो पहले आप गल करांगे कंटीन्यूस ऑडिट दी। इहदे अंडर कंटीन्यूस ऑडिट, कंटीन्यूस ऑडिट की हुंदी है। अंडर दिस टाइप ऑफ ऑडिट ऑडिटर्स आर continually engaged in auditing companies' accounts throughout the year to check its state of affairs, and auditors keep auditing the company accounts at regular and frequent intervals throughout a year। ਹੁਣ ਇਹਦੇ ਵਿੱਚ ਜਿਹੜਾ ਕੰਟੀਨਿਊ ਆਡਿਟ ਹੈ, ਕੰਟੀਨਿਊਸ ਆਡਿਟ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀ ਕੰਟੀਨਿਊ ਦਾ ਮਤਲਬ ਹੀ ਲਗਾਤਾਰ ਹੁੰਦਾ ਹੈ, ਠੀਕ ਹੈ। ਤਾਂ ਕੰਟੀਨਿਊ ਆਡਿਟ ਦੇ ਵਿੱਚ ਕੀ ਹੁੰਦਾ ਹੈ, ਜਿਹੜਾ ਆਡਿਟਰ ਹੈ, ਠੀਕ ਹੈ, ਅੰਡਰ ਦਿਸ ਆਡਿਟਰ attend at appropriate intervals during the year, usually monthly, ठीक है, और quarterly, and so examines the transactions progressively, ठीक है। हुण की है कंटिन्यू ऑडिट के अंडर की हुंदा है, जिहड़ा ऑडिटर है अटेंड करदा है, ठीक है, अपनी ऑडिट नूं एक एप्रोप्रीएट इंटरवल दे, एक पर्टिकुलर इंटरवल दे बाद एक साल दे विच, ठीक है। यह जिहड़ी ऑडिट है इंटरवल एक महीने का हो सकता है, ठीक है, 3 मंथ्स हो सकता है, ठीक है। सो की है मंथली या क्वार्टरली जिहड़ा हैगा एक ऑडिटर है, एप्रोप्रीएट इंटरवल किहड़ा मंथली या क्वार्टरली हो गया, ਉਹਦੇ ਵਿੱਚ ਕੀ ਕਰਦਾ ਹੈ, ਆਡਿਟ ਕਰਦਾ ਹੈ।
ਉਹਦੇ ਵਿੱਚ ਜਿਹੜੀ ਆਡਿਟ ਹੈ ਕੀ ਕੀਤੀ ਜਾਂਦੀ, ਕਿਸ ਚੀਜ਼ ਦੀ ਕੀਤੀ ਹੈ, ਟੂ ਐਗਜ਼ਾਮਿਨ ਦਾ ਟ੍ਰਾਂਜੈਕਸ਼ਨਸ ਪ੍ਰੋਗਰੈਸਿਵਲੀ, ਜਿਹੜੀਆਂ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੋਈਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਕੀ ਕੀਤਾ ਜਾਂਦਾ ਹੈ, ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਆਡਿਟ ਕੀਤੀ ਜਾਂਦੀ ਹੈ। ਕਿਹਦੇ ਅੰਡਰ, ਕੰਟੀਨਿਊ ਆਡਿਟ ਦੇ ਅੰਡਰ। ਠੀਕ ਹੈ ਜੀ। ਇਹ ਜਿਹੜਾ ਹੈਗਾ ਆਡਿਟਰ ਮੈਥਡ ਹੈ, ਜਿਹੜਾ ਆਡਿਟਿੰਗ ਦਾ ਇਹ ਵਾਲਾ ਕੰਟੀਨਿਊਸ ਮੈਥਡ ਹੈ, ਇਹ ਆਡਿਟਰਸ ਦੁਆਰਾ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਹੈਗਾ ਆਪਾਂ ਕੀ ਕਰੀਏ, ਜਿਹੜੀ ਕੋਈ ਵੀ ਆਰਗੇਨਾਈਜੇਸ਼ਨ ਹੈ, ਠੀਕ ਹੈ, ਉਹਨੂੰ ਜਦੋਂ ਕੋਈ ਆਰਗੇਨਾਈਜੇਸ਼ਨ ਹੈ ਅਗਰ ਉਸ ਨੂੰ ਜਿਹੜਾ ਹੈਗਾ ਕੰਟੀਨਿਊ ਆਡਿਟ ਦੀ ਜ਼ਰੂਰਤ ਪੈਂਦੀ ਹੈ, ਜਦੋਂ ਆਪਾਂ ਨੂੰ ਲੱਗਦਾ ਕਿ ਇੱਕ ਆਰਗੇਨਾਈਜੇਸ਼ਨ ਹੈ ਉਹਨੂੰ ਲਗਾਤਾਰ ਧਿਆਨ ਦੇਣ ਦੀ ਜ਼ਰੂਰਤ ਆ ਉਹਦੇ ਉੱਪਰ, ਸੋ ਉਸ ਸਮੇਂ ਕੀ ਹੁੰਦਾ ਕਿ ਉਹਦੇ ਵਿੱਚ ਜਿਹੜੀ ਹੈਗੀ ਆਡਿਟਿੰਗ ਹੈ ਉਹ ਕੀ ਕੀਤੀ ਜਾਂਦੀ ਹੈ, ਕੰਟੀਨਿਊ ਆਡਿਟ ਕੀਤੀ ਜਾਂਦੀ ਹੈ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਇਹਦੇ ਕੁਝ ਐਡਵਾਂਟੇਜਸ ਨੇ, ਜਿਹੜੀ ਹੈਗੀ ਆਪਣੇ ਕੋਲੇ ਕੰਟੀਨਿਊ ਆਡਿਟ ਹੈ। ਕੰਟੀਨਿਊ ਆਡਿਟ ਦੇ ਹੁਣ ਆਪਾਂ ਜਿਹੜੇ ਐਡਵਾਂਟੇਜਸ ਨੇ ਉਹ ਕਿਹੜੇ ਕਿਹੜੇ ਨੇ, ਐਡਵਾਂਟੇਜਸ ਆਫ ਕੰਟੀਨਿਊਸ ਆਡਿਟ। ਹੁਣ ਕੰਟੀਨਿਊਸ ਆਡਿਟ ਦੇ ਆਪਣੇ ਕੋਲ ਐਡਵਾਂਟੇਜਸ ਕਿਹੜੇ ਕਿਹੜੇ ਨੇ। ਪਹਿਲਾ ਐਡਵਾਂਟੇਜ ਹੈਗਾ ਇਹਦੇ ਅੰਡਰ ਜਿਹੜੀਆਂ ਬੁੱਕਸ ਨੇ, ਬੁੱਕਸ ਆਰ ਵੈਰੀਫਾਈਡ ਥਰੂ ਆਊਟ ਦਾ ਈਅਰ। ਜਿਹੜੀਆਂ ਬੁੱਕਸ ਨੇ ਉਹ ਕੀ ਹੈ, ਵੈਰੀਫਾਈ ਕੀਤੀਆਂ ਜਾਂਦੀਆਂ ਨੇ ਪੂਰੇ ਸਾਲ ਦੇ ਵਿੱਚ। ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਆਪਾਂ ਕੀ ਕਰਦੇ ਆ, ਜਿਹੜੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿੰਨਾ ਵੀ ਹੁੰਦਾ ਆਪਾਂ ਕੁਆਟਰਲੀ ਮੰਥਲੀ ਜਦੋਂ ਰੈਗੂਲਰਲੀ ਚੈੱਕ ਕਰਦੇ ਆ ਤਾਂ ਕੋਈ ਵੀ ਆਪਾਂ ਰਿਜ਼ਲਟ ਹੈ, ਕੋਈ ਵੀ ਆਪਾਂ ਅਗਰ ਸਿੰਪਲੀ ਅਗਰ ਆਪਾਂ ਸਟੇਟਮੈਂਟ ਤਿਆਰ ਕਰਨੀ ਹੈ ਤਾਂ ਉਹ ਕੁਇਕਲੀ ਜਿਹੜੇ ਹੈਗੇ ਆਪਾਂ ਕੀ ਕਰ ਸਕਦੇ ਆ, ਉਹਨੂੰ ਜਿਹੜਾ ਤਿਆਰ ਕਰ ਸਕਦੇ ਆ। ਉਸ ਦਾ ਰੀਜ਼ਨ ਕੀ ਹੈ, ਬਿਕੋਜ਼ ਆਫ ਕੀ ਹੈ ਕਿ ਆਪਾਂ ਉਹਨੂੰ ਜਿਹੜਾ ਮੰਥਲੀ ਆਪਾਂ ਮੇਨਟੇਨ ਕਰਕੇ ਰੱਖਦੇ ਆ, ਸੋ ਇਸ ਕਰਕੇ ਬੜਾ ਈਜ਼ੀ ਹੋ ਜਾਂਦਾ ਹੈ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਕੰਟੀਨਿਊ ਆਡਿਟ ਹੈ ਇਟ ਜਿਹੜੀ ਇਹ ਕੀ ਕਰਦੀ ਹੈ, ਮੋਟੀਵੇਟ ਕਰਦੀ ਹੈ, ਮੋਟੀਵੇਟਸ ਸਟਾਫ ਆਫ ਦਾ ਕਲਾਇੰਟ and ensure proper maintenance of books of account। ਜਦੋਂ ਆਪਾਂ ਕੀ ਕਰਾਂਗੇ, ਜਦੋਂ ਆਪਾਂ ਜਿਹੜਾ ਹੈ ਕੰਟੀਨਿਊਸਲੀ ਜਿਹੜਾ ਆਪਣੀ ਆਡਿਟ ਕਰਾਂਗੇ ਤਾਂ ਉਸ ਸਮੇਂ ਦੇ ਦੌਰਾਨ ਕੀ ਹੋਊਗਾ, ਜਿਹੜੇ ਸਟਾਫ ਹੈ ਉਹਨੂੰ ਮੋਟੀਵੇਟ ਕੀਤਾ ਜਾਂਦਾ। ਕਿਉਂਕਿ ਜਿਹੜੇ ਹੈਗੇ ਕਲਾਇੰਟਸ ਨੇ ਉਹ ਵੀ ਮੋਟੀਵੇਟ ਹੋਣਗੇ, ਬਿਕੋਜ਼ ਕੀ ਹੈ ਕਿ ਆਪਾਂ ਜਿਹੜਾ ਆਪਣਾ ਬੁੱਕਸ ਆਫ ਅਕਾਊਂਟ ਹੈ ਆਪਾਂ ਉਹਨੂੰ ਕੀ ਕਰ ਰਹੇ ਹਾਂ, ਕੰਟੀਨਿਊਸਲੀ ਮੇਨਟੇਨ ਕਰਕੇ ਰੱਖ ਰਹੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਜਿਹੜਾ ਹੈਗਾ ਆਡਿਟਰ ਹੈ, ਠੀਕ ਹੈ, ਉਹ ਕੀ ਕਰਦਾ ਹੈ, ਆਡਿਟਰ can give suggestions to management about financial aspect। ਠੀਕ ਹੈ। ਹੁਣ ਕੀ ਹੈ, ਆਡਿਟਰ ਹੈ ਜਦੋਂ ਹੁਣ ਲਗਾਤਾਰ ਕੀ ਕਰੂਗਾ, ਉਹ ਜਦੋਂ ਲਗਾਤਾਰ ਜਿਹੜੀ ਹੈਗੀ ਆਡਿਟ ਕਰਦਾ ਆ ਰਿਹਾ ਹੈ ਅਕਾਊਂਟਸ ਦੀ, ਤਾਂ ਉਹ ਕੀ ਹੈ, ਉਹ ਇੱਕ ਸਮੇਂ ਦੇ ਦੌਰਾਨ ਜਿਹੜਾ ਹੈਗਾ ਕੀ ਕਰ ਸਕਦਾ, ਸੁਜੈਸ਼ਨ ਵੀ ਦੇ ਸਕਦਾ ਹੈ ਮੈਨੇਜਮੈਂਟ ਨੂੰ ਰਿਗਾਰਡਿੰਗ ਫਾਈਨੈਂਸ਼ੀਅਲ ਆਸਪੈਕਟਸ ਤੇ। ਠੀਕ ਹੈ। ਉਸ ਤੋਂ ਬਾਅਦ ਹੈਗਾ ਜਿਹੜੀ ਹੈਗੀ ਹੈ ਬੁੱਕਸ ਨੇ ਉਹ ਜਿਹੜੀਆਂ ਚੈੱਕ ਹੁੰਦੀਆਂ ਰਹਿੰਦੀਆਂ ਨੇ, ਇਸ ਕਰਕੇ ਜਿਹੜਾ ਇਹਦੇ ਵਿੱਚ ਉਹਦੇ ਵਿੱਚ ਜਿਹੜੇ ਕਮੀਆਂ ਹੁੰਦੀਆਂ ਨੇ, ਜਿਹੜੀ ਮਿਸਟੇਕਸ ਨੇ, ਠੀਕ ਹੈ, ਉਹ ਟਾਈਮ ਟੂ ਟਾਈਮ ਕਵਰ ਅਪ ਜਿਹੜੀਆਂ ਹੁੰਦੀਆਂ ਰਹਿੰਦੀਆਂ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਆਡਿਟਰ ਹੈ ਕੰਟੀਨਿਊ ਜਦੋਂ ਕੰਡਕਟ ਕੀਤੀ ਜਾਂਦੀ ਹੈ, ਠੀਕ ਹੈ, ਤਾਂ ਇਸ ਦੇ ਨਾਲ ਜਿਹੜਾ ਕੀ ਕੰਮ ਹੁੰਦਾ, ਕੋਈ ਵੀ ਵਰਕ ਹੈ ਉਹ ਕੀ ਹੋ ਜਾਂਦਾ, ਇਫੈਕਟਿਵ ਵੇ ਦੇ ਨਾਲ ਹੋਣ ਲੱਗ ਜਾਂਦਾ ਹੈ। ਠੀਕ ਹੈ। ਸਾਰੇ ਇਫੈਕਟਿਵ ਵੇ ਦੇ ਨਾਲ ਕੰਮ ਕਰਨ ਲੱਗ ਜਾਂਦੇ ਨੇ। ਹੁਣ ਇਹਦੇ ਜਿਹੜੇ ਡਿਸਐਡਵਾਂਟੇਜਸ ਕੀ ਹੋ ਸਕਦੇ ਹੈ, ਜਿਹੜੀ ਆਪਣੇ ਕੋਲੇ ਕੰਟੀਨਿਊ ਆਡਿਟ ਹੈ ਉਸਦੇ ਆਪਣੇ ਕੋਲੇ ਡਿਸਐਡਵਾਂਟੇਜਸ ਕੀ ਹੋਣਗੇ, ਡਿਸਐਡਵਾਂਟੇਜਸ continuous audit।
ਕੰਟੀਨਿਊਸ ਆਡਿਟ ਦੇ ਜਿਹੜੇ ਡਿਸਐਡਵਾਂਟੇजेस ਨੇ ਉਹ ਕਿਹੜੇ ਨੇ। ਉਹਦੇ ਵਿੱਚ ਜਿਹੜਾ ਪਹਿਲਾ ਡਿਸਐਡਵਾਂਟੇਜ ਹੈ ਉਹਦਾ ਇਹ ਹੈ ਕਿ the frequent visits of the audit staff will disturb the work of clients of office। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ, ਜਦੋਂ ਰੈਗੂਲਰਲੀ ਜਿਹੜਾ ਆਡਿਟਰ ਦਾ ਜਿਹੜਾ ਸਟਾਫ ਹੈ, ਠੀਕ ਹੈ, ਜਦੋਂ ਉਹ ਵਿਜ਼ਿਟ ਕਰਦਾ ਰਹੂਗਾ ਬਾਰ-ਬਾਰ, ਜਦੋਂ ਇੱਕ ਮਹੀਨੇ ਬਾਅਦ, ਹਰ ਮਹੀਨੇ ਬਾਅਦ ਜਦੋਂ ਆਡਿਟਰ ਜਿਹੜੇ ਹੈਗੇ ਆਡਿਟ ਕਰਨ ਆ ਜਾਣਗੇ ਤਾਂ ਉਹਨਾਂ ਦੇ ਸਾਰੇ ਬੁੱਕ ਆਫ ਅਕਾਊਂਟ ਵਗੈਰਾ ਲੈ ਕੇ ਬਹਿ ਜਾਣਗੇ, ਸਾਰੇ ਜਿਹੜੇ ਉਹਨਾਂ ਦੇ ਫਾਈਲਸ ਨੇ ਉਹ ਲੈ ਕੇ ਬੈਠ ਜਾਣਗੇ, ਤਾਂ ਕਿਤੇ ਨਾ ਕਿਤੇ ਜਿਹੜਾ ਰੈਗੂਲਰ ਵਰਕ ਹੈ, ਠੀਕ ਹੈ, ਕਿਤੇ ਨਾ ਕਿਤੇ ਉਹ ਡਿਸਟਰਬ ਹੁੰਦਾ ਹੈ। ਠੀਕ ਹੈ, ਸੋ ਇਹਦੇ ਨਾਲ ਇੱਕ ਜਿਹੜਾ ਡਿਸਐਡਵਾਂਟੇਜ ਇਹਦਾ ਇਹ ਹੈ ਕਿ ਜਿਹੜਾ ਕੰਮ ਥੋੜਾ ਜਿਹਾ ਢਿੱਲਾ ਹੋ ਜਾਂਦਾ, ਬਿਕੋਜ਼ ਕੀ ਹੈ, ਜਿਹੜੇ ਕਲਾਇੰਟਸ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਡਿਸਟਰਬੈਂਸ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਅਗਰ ਸਪੋਜ਼ ਕਰੋ ਕਿ ਬੁੱਕ ਆਫ ਅਕਾਊਂਟ ਰੈਡੀ ਨਾ ਹੋਵੇ ਵੈਰੀਫਿਕੇਸ਼ਨ ਦੇ ਲਈ, ਤਾਂ ਉੱਥੇ ਵੀ ਜਿਹੜੀ ਹੈਗੀ ਥੋੜੀ ਜਿਹੀ ਦਿੱਕਤ ਇਹਦੇ ਵਿੱਚ ਆਉਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇੱਕ ਵਾਰ ਆਪਾਂ ਨੇ ਆਡਿਟਰ ਨੇ ਜਿਹੜਾ ਅਕਾਊਂਟ ਇੱਕ ਵਾਰ ਜਿਹੜਾ ਹੈਗਾ ਉਹਨੇ ਆਡਿਟ ਕਰਤਾ, ਇੱਕ ਵਾਰ ਵੈਰੀਫਾਈ ਕਰਤਾ, ਉਸ ਨੂੰ ਦੁਬਾਰਾ ਵੈਰੀਫਾਈ ਨਹੀਂ ਕਰਨਾ ਪੈਂਦਾ, ਮਤਲਬ ਨਹੀਂ ਕੀਤਾ ਜਾਂਦਾ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਹੈ ਇਹਦੇ ਵਿੱਚ ਕੀ ਹੈ, ਜਦੋਂ ਰੈਗੂਲਰ ਜਿਹੜੀ ਹੈਗੀ ਆ ਆਡਿਟ ਹੋਊਗੀ ਲਗਾਤਾਰ, ਜਿਹੜੀ ਹਰ ਮਹੀਨੇ ਜਾਂ ਕੁਆਟਰਲੀ ਜਦੋਂ ਆਡਿਟ ਕੀਤੀ ਜਾਊਗੀ, ਉਹ ਥੋੜੀ ਜਿਹੀ ਜਿਹੜੀ ਹੈਗੀ ਜ਼ਿਆਦਾ ਐਕਸਪੈਂਸਿਵ ਹੁੰਦੀ ਹੈ। ਠੀਕ ਹੈ, ਮਤਲਬ ਖਰਚ ਪੈਂਦਾ ਉਹਦੇ ਵਿੱਚ। ਉਸ ਤੋਂ ਬਾਅਦ ਜਿਹੜੀ ਇਹਦੇ ਵਿੱਚ ਹੋਰ ਕੀ ਹੁੰਦਾ ਕਿ ਜਦੋਂ ਰੈਗੂਲਰ ਇੰਟਰਵਲਸ ਦੇ ਵਿੱਚ ਜਦੋਂ ਆਪਾਂ ਕੀ ਕਰਦੇ ਹਾਂ, ਬੁੱਕ ਆਫ ਅਕਾਊਂਟ ਜਦੋਂ ਆਪਾਂ ਕੀ ਕਰਦੇ ਹਾਂ, ਆਡਿਟ ਕੀਤੀ ਜਾਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇੱਕ ਹੁੰਦਾ ਨਾ, ਇੱਕ ਜਿਹੜਾ ਆਪਾਂ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਜਾਂ ਆਪਾਂ ਇੱਕ ਲਿੰਕ ਦੀ ਗੱਲ ਕਰਦੇ ਹਾਂ, ਤਾਂ ਔਖਾ ਹੋ ਜਾਂਦਾ ਥੋੜਾ ਜਿਹਾ ਕਿ ਪਾਸਟ ਦੇ ਵਿੱਚ ਜੋ ਵੀ ਮਤਲਬ ਪਾਸਟ ਵਰਕ ਸੀ ਤੇ ਐਂਡ ਪ੍ਰੈਜ਼ੈਂਟ ਵਰਕ ਜਿਹੜਾ ਹੋ ਰਿਹਾ ਹੈ, ਠੀਕ ਹੈ, ਉਹਦੇ ਵਿੱਚ ਲਿੰਕ ਨੂੰ ਜਿਹੜਾ ਹੈ ਮੇਨਟੇਨ ਕਰਨਾ ਉਹ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ। ਬਿਕੋਜ਼ ਆਫ ਕੀ ਹੈ ਕਿ ਪਾਸਟ ਵਰਕ ਨੂੰ ਫਿਰ ਆਪਾਂ ਜ਼ਿਆਦਾ ਜਿਹੜਾ ਹੈਗਾ ਟਾਈਮ ਨਹੀਂ ਦਿੰਦੇ, ਆਪਾਂ ਜਿਹੜਾ ਹੈਗਾ ਨਵੇਂ ਕੰਮ ਵੱਲ ਹੀ ਸਿਰਫ ਜਿਹੜਾ ਧਿਆਨ ਦਿੱਤਾ ਜਾਂਦਾ। ਸੋ ਇਹ ਵੀ ਇੱਕ ਜਿਹੜੀ ਹੈਗੀ ਹੈ ਇਹਦੀ ਕੀ ਹੈ, ਇੱਕ ਡਿਸਐਡਵਾਂਟੇਜ ਹੈਗਾ। ਠੀਕ ਹੈ, ਤੇ ਇਹ ਸਾਰੀਆਂ ਜਿਹੜੀਆਂ ਸੀਗੀਆਂ ਇਹਦੀਆਂ ਕੀ ਸੀਗੀਆਂ, ਇਹਦੇ ਵਿੱਚ ਆਪਾਂ ਇਹਦੇ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਕੁਝ ਸਟੈਪਸ ਨੇ ਜਿਹੜੇ ਆਪਣੀ ਆਡਿਟਿੰਗ ਹੈ ਉਸ ਨੂੰ ਇਫੈਕਟਿਵ ਬਣਾਉਣ ਦੇ ਲਈ, ਕੰਟੀਨਿਊ ਐਡਿਟ ਨੂੰ ਇਫੈਕਟਿਵ ਕਿਸ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ, ਉਸ ਦੇ ਲਈ ਕੁਝ ਸਟੈਪਸ ਨੇ। ਠੀਕ ਹੈ, ਸਭ ਤੋਂ ਪਹਿਲਾ ਹੈਗਾ ਜਿਹੜਾ ਆਡਿਟਰ ਹੈ, ਆਡਿਟਰ should use special ticks and marks during audit and implication of each mark and implication of each mark should be kept confidential। ਹੁਣ ਕੀ ਹੈ, ਜਿਹੜਾ ਆਡਿਟਰ ਹੈ, ਆਡਿਟਰ ਨੂੰ ਜਦੋਂ ਵੀ ਆਡਿਟ ਕਰਦਾ ਉਦੋਂ ਕੁਝ ਸਪੈਸ਼ਲ ਟਿਕਸ ਤੇ ਕੁਝ ਚੀਜ਼ਾਂ ਨੂੰ ਮਾਰਕ ਕਰ ਲੇ ਆਡਿਟ ਦੇ ਰਿਗਾਰਡਿੰਗ, ਤਾਂ ਕਿ ਉਹਨਾਂ ਨੂੰ ਜਿਹੜੀ ਇੰਪਲੀਕੇਸ਼ਨ ਹੈ ਉਹ ਕੋਸ਼ਿਸ਼ ਕਰੇ ਕਿ ਜਿੰਨੇ ਵੀ ਆਪਾਂ ਮਾਰਕ ਕੀਤੇ ਨੇ, ਜਿਹੜੀ ਚੀਜ਼ਾਂ ਆਪਾਂ ਨੇ ਸਪੈਸ਼ਲ ਟਿਕਸ ਲਗਾਈਆਂ ਨੇ, ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ, ਉਸ ਨੂੰ ਕੌਨਫੀਡੈਂਸ਼ੀਅਲ ਬਣਾਇਆ ਜਾਵੇ ਕਿ ਉਹਨੂੰ ਜਿਹੜਾ ਹੈਗਾ ਆਪਾਂ ਕੀ ਕਰੀਏ, ਉਸ ਨੂੰ ਜਿਹੜਾ ਅਪਲਾਈ ਕਰੀਏ, ਤਾਂ ਕਿ ਜਿਹੜੀ ਹੈਗੀ ਤੁਹਾਡੀ ਕੰਟੀਨਿਊ ਜਿਹੜੀ ਤੁਹਾਡੀ ਆਡਿਟਿੰਗ ਹੈ ਉਹ ਜ਼ਿਆਦਾ ਇਫੈਕਟਿਵ ਹੋ ਜੇ। ਬਿਕੋਜ਼ ਆਫ ਸਪੋਜ਼ ਕਰੋ ਕਿ ਆਪਾਂ ਇੱਕ ਦੇਖ ਰਹੇ ਹਾਂ ਕਿ ਜਿਹੜੇ ਆਪਣੇ ਬਿਲਸ ਨੇ, ਠੀਕ ਹੈ, ਉਹ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਮੇਨਟੇਨ ਨਹੀਂ ਕਰ ਰਹੇ, ਜਾਂ ਉਹ ਥੋੜਾ ਡਿਲੇ ਕਰ ਰਿਹਾ ਬਿਲਸ ਨੂੰ ਜਿਹੜਾ ਹੈਗਾ ਰਿਕਾਰਡ ਕਰਨ ਦੇ ਵਿੱਚ, ਤਾਂ ਉਹ ਵੀ ਉਹਨੂੰ ਮਾਰਕ ਕਰ ਲਓ, ਉਹਨੂੰ ਨਾਲ ਦੀ ਨਾਲ ਕਹੋ ਉਹਨਾਂ ਨੂੰ ਕਿ ਨੈਕਸਟ ਟਾਈਮ ਜਿਹੜੀ ਹੈਗੀ ਗਲਤੀ ਨਾ ਹੋਵੇ, ਕੌਨਫੀਡੈਂਸ਼ੀਅਲ ਬਣਾਇਆ ਜਾਵੇ ਕਿ ਨੈਕਸਟ ਟਾਈਮ ਜਿਹੜੀ ਹੈਗੀ ਉਹ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਸ ਨੂੰ ਜਿਹੜਾ ਹੈਗਾ ਫੇਸ ਆਊਟ ਨਾ ਕਰਨਾ ਪਵੇ। ਸੋ ਇਹਦੇ ਵਿੱਚ ਜਦੋਂ ਵੀ ਆਪਾਂ ਕੁਝ ਟਿਕ ਐਂਡ ਮਾਰਕ ਕਰਦੇ ਹਾਂ ਉਸ ਨੂੰ ਇੰਪਲੀਮੈਂਟ ਕਰਨ ਦੀ ਕੌਨਫੀਡੈਂਸ਼ੀਅਲ ਬਣਾਇਆ ਜਾਵੇ। ठीक है, देन है the audit notes, queries
queries and remarks should be written date wise and maintained. This will enable smooth flow of audit. ਹੁਣ ਕੀ ਹੈ, ਤੁਸੀਂ ਕੋਈ ਵੀ ਨੋਟ ਹੈ, ਕੁਐਰੀ ਹੈ, ਰਿਮਾਰਕਸ ਨੇ, ਤੁਸੀਂ ਉਹਨੂੰ ਜਿਹੜਾ ਹੈਗਾ ਲੈ ਰਹੇ ਹੋ, ਦੈਨ ਉਹ ਡੇਟ ਵਾਈਜ਼ ਹੋਣੇ ਚਾਹੀਦੇ ਹੈ, ਠੀਕ ਹੈ, ਐਂਡ ਡੇਟ ਵਾਈਜ਼ ਉਹਨਾਂ ਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਹੈ। ਕਿਉਂ? ਤਾਂ ਕਿ ਜਿਹੜਾ ਹੈਗਾ ਸਮੂਥ ਫਲੋ ਹੋ ਜੇ ਆਡਿਟਿੰਗ ਦਾ। ਆਪਾਂ ਅਗਰ ਜਦੋਂ ਵੀ ਆਪਾਂ ਜਿਹੜਾ ਹੈ ਡੇਟ ਵਾਈਜ਼ ਕਰਾਂਗੇ ਤਾਂ ਆਪਾਂ ਨੂੰ ਈਜ਼ੀ ਹੋ ਜਾਊਗਾ। ਕੋਈ ਵੀ ਰਿਮਾਰਕ ਚੈੱਕ ਕਰਨਾ ਆਪਾਂ ਨੇ, ਕੋਈ ਵੀ ਆਪਾਂ ਦੇਖਣਾ ਕਿ ਕਿਤੇ ਕਿਸੇ ਜਗ੍ਹਾ ਦੇ ਉੱਪਰ ਜਿਹੜੀ ਗਲਤੀ ਸੀ ਆਪਾਂ ਉਹਨਾਂ ਨੂੰ ਨੋਟ ਡਾਊਨ ਕੀਤਾ ਹੋਇਆ, ਦੈਨ ਆਪਾਂ ਉਸ ਡੇਟ ਦੇ ਵਿੱਚ ਜਾ ਕੇ ਆਪਾਂ ਉਸ ਸਾਰਾ ਜਿਹੜਾ ਹੈਗਾ ਚੈੱਕ ਕਰ ਸਕਦੇ ਹਾਂ, ਠੀਕ ਹੈ। ਸੋ ਇਹ ਜਿਹੜਾ ਹੈਗਾ ਈਜ਼ੀ ਕਰ ਦਿੰਦਾ। ਦੈਨ ਹੈਗਾ ਨੈਕਸਟ ਦਾ ਮੈਨੇਜਮੈਂਟ। The management should ensures that the books of account are not altered after the audit is completed, ठीक है। मतलब कि ਇਹ ਨਾ ਹੋਵੇ ਕਿ ਮੈਨੇਜਮੈਂਟ ਨੂੰ ਇਹ ਇੰਸ਼ੋਰ ਕਰਨਾ ਚਾਹੀਦਾ ਕਿ ਜਿਹੜੇ ਬੁੱਕ ਆਫ ਅਕਾਊਂਟ ਨੇ, ਠੀਕ ਹੈ, ਇਹ ਨਾ ਹੋਵੇ ਕਿ ਆਡਿਟ ਕੰਪਲੀਟ ਹੋਣ ਤੋਂ ਬਾਅਦ ਵੀ ਜਿਹੜੇ ਹੈਗੇ ਉਹ ਚੱਲ ਰਹੇ ਹੈ, ਠੀਕ ਹੈ। ਇਹਦੇ ਵਿੱਚ ਕੀ ਹੈ, ਜਿਹੜੀ ਅਲਟਰਨੇਸ਼ਨ ਹੈ ਉਹ ਜ਼ਰੂਰੀ ਬਣਾਈ ਜਾਵੇ, ਠੀਕ ਹੈ। ਜਦੋਂ ਉਸ ਤੋਂ ਬਾਅਦ ਅਗਰ ਆਪਾਂ ਕੁਝ ਵੀ ਚੇਂਜ ਕਰਨਾ ਚਾਹ ਰਹੇ ਹਾਂ, ਉਹਦੇ ਵਿੱਚ ਕੁਝ ਵੀ ਜਿਹੜਾ ਹੈਗਾ ਆਪਣੀ ਜਿਹੜੀ ਬੁੱਕ ਆਫ ਅਕਾਊਂਟ ਹੈ ਉਹਦੇ ਵਿੱਚ ਕੋਈ ਵੀ ਅਗਰ ਆਪਾਂ ਚੇਂਜਸ ਕਰਨਾ ਚਾਹ ਰਹੇ, ਇਹ ਨਹੀਂ ਹੈਗਾ ਆਡਿਟ ਤੋਂ ਬਾਅਦ ਆਪਾਂ ਉਹਦੇ ਚੇਂਜ ਕਰ ਰਹੇ ਹਾਂ, ਠੀਕ ਹੈ, ਬੈਕ ਦੇ ਵਿੱਚ ਜਾ ਕੇ ਆਪਾਂ ਉਹ ਚੀਜ਼ਾਂ ਚੇਂਜ ਕਰੀ ਜਾ ਰਹੇ ਨਹੀਂ। ਅਗਰ ਤੁਸੀਂ ਕਰਨਾ, ਅਗਰ ਜ਼ਰੂਰੀ ਵੀ ਹੈ, ਅਗਰ ਤੁਹਾਨੂੰ ਲੱਗਦਾ ਕਿ ਉਹਨਾਂ ਚੀਜ਼ਾਂ ਦੇ ਵਿੱਚ ਚੇਂਜ ਹੋਣਾ ਚਾਹੀਦਾ, ਜਿਹੜਾ ਪ੍ਰੀਵੀਅਸ ਜਿਹੜਾ ਆਡਿਟ ਹੋ ਚੁੱਕਿਆ ਉਹਦੇ ਵਿੱਚ ਤੁਸੀਂ ਕੁਝ ਵੀ ਐਡਿਟ ਕਰਨਾ ਚਾਹੁੰਦੇ ਹੋ, ਤਾਂ ਉਹਦੇ ਵਿੱਚ ਜਿਹੜਾ ਆਡਿਟਰ ਹੈ, ਆਡਿਟਰ ਦੀ ਪਰਮਿਸ਼ਨ ਲੈ ਲੈਣੀ ਜ਼ਰੂਰੀ ਹੁੰਦੀ ਹੈ, ਠੀਕ ਹੈ। ਉਹਨੂੰ ਜ਼ਰੂਰੀ ਸਮਝਿਆ ਜਾਵੇ, ਉਹ ਨੈਸੈਸਰੀ ਹੋਵੇ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਤੁਸੀਂ ਜਿਹੜੀ ਆਪਣੀ ਆਡਿਟ ਹੈ, ਕੰਟੀਨਿਊਸ ਆਡਿਟ ਹੈ, ਉਸ ਨੂੰ ਬੈਟਰ ਜਿਹੜਾ ਹੈਗਾ ਕਰ ਸਕਦੇ ਹੋ, ਠੀਕ ਹੈ ਜੀ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ, ਸਟੇ ਹੋਮ, ਸਟੇ ਸੇਫ।